ਰਾਗ ਸੋਰਠ। ਮੈਂ ਹੁਣ ਸਵੇਰੇ ਇੱਕ ਕੰਪੋਜ਼ਿੰਗ ਬਣਾ ਰਿਹਾ ਸੀ। ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਗੁਰ ਕੀ
ਜੇ ਬੁਝਾਈ ਸੁਰਨਾ ਜੀਆ ਕਾਇਕ ਦਾਤਾ ਸਭਨਾ ਜੀਆਂ ਕਾ ਇੱਕ ਦਾਤਾ ਸੁਰਨਾ ਜੀਆ ਕਾਇਕ ਦਾਤਾ ਸਭਨਾ ਜੀਆਂ ਕਾ ਇੱਕ ਦਾਤਾ ਇੱਕ ਗੁਰ ਕੇ ਅੰਤਰ ਜਾਤ ਭਈ ਗੁਰ ਸਾਖੀ ਅੰਤਰ ਜੋਤ ਭਈ ਗੁਰ ਸਾਖੀ ਜੀਨੇ ਰਾਮ ਕਰਮਾ ਗੁਰ ਸਾਖੀ ਅੰਤਰ ਜਾਤੀ ਚੰਚਲ ਮਤ ਸ਼ਬਦ ਮੈਂ ਤਿਆਰ ਕੀਤਾ ਹੈ। ਨਵੇਂ ਚ ਅੱਜ ਹੀ ਹੁਣੇ ਬੈਠੇ ਸੀਗੇ ਮਹਾਂਪੁਰਖ ਨਾਲ ਬਹੁਤ ਅੱਛਾ ਤੇ ਐਕਚੁਅਲੀ ਐਵਰੀ ਸੈਟਰਡੇ ਤਕਰੀਬਨ ਮੈਂ ਟੀਵੀ ਤੇ ਜਾਂਦਾ ਲਾਈਵ ਕਥਾ ਆਉਂਦੀ ਮੇਰੀ ਇਸ ਅੱਛਾ। ਚੈਪਟਰ ਮੈਂ ਉਹਦੇ ਲਈ ਤਿਆਰ ਕੀਤਾ।
ਕਿਹੜੇ ਚੈਨਲ ਤੋਂ? ਮਾਈ ਟੀਵੀ YouTube ਤੇ ਵੀ ਆਉਂਦੀ ਸੀ। ਅੱਛਾ अच्छा 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 ਥੋੜੇ ਜਿਹੇ ਮੈਂ ਤੁਹਾਨੂੰ ਪਹਿਲੇ ਸੁਣਾ ਦਿੰਦਾ अच्छा। हाँ जी हाँ ਮਨ ਜਿਹੜਾ ਹੈ, ਮੱਤ ਜਿਹੜੀ ਹੈ ਨਾ ਹੀਰਿਆਂ ਵਰਗੀ, ਜਵਾਰ ਵਰਗੀ, ਮੋਤੀਆਂ ਵਰਗੀ ਹੋ ਜਾਏਗੀ। ਮਾਨਕ ਮੋਤੀ ਨਾਮ ਪ੍ਰਭ ਨੂੰ ਲੱਗੇ, ਨਾ ਹੀ ਸਾਨੂੰ ਕੋਈ ਚੁਰਾ ਨਹੀਂ ਸਕੇਗਾ। ਬਾਹਰ ਇਕੱਠਾ ਕੀਤਾ ਹੋਇਆ ਤੁਹਾਨੂੰ ਕੋਈ ਚੁਰਾ ਕੇ ਲੈ ਜਾਏਗਾ, ਪਦਾਰਥ ਚੁਰਾ ਕੇ ਲੈ ਜਾਏਗਾ, ਪਰ ਹਿਰਦੇ 'ਚ ਜਿਹੜਾ ਨਾਮ ਧਨ ਹੈ ਨਾ, ਜਾਂ ਹਿਰਦੇ ਜਿਹੜਾ ਗਿਆਨ ਹੈ, ਲਾਈਕ ਚਲੋ ਆਪ ਜੀ ਲੈਫਟੀਨੈਂਟ ਕਰਨਲ ਹੋ, ਆਪ ਜੀ PhD ਕੀਤੀ, ਉਹ ਜਿਹੜਾ ਗਿਆਨ ਹੈ ਅੰਦਰ ਉਹ ਨਹੀਂ ਚੁਰਾਇਆ ਜਾ ਸਕਦਾ, ਕੋਈ ਨਹੀਂ ਚੁਰਾ ਸਕਦਾ। ਗੁਰੂ ਨਾਨਕ ਪਿਤਾ ਆਖਣ ਲੱਗੇ, ਮਤ ਚ ਰਤਨ ਜਵਾਹਰ ਮਾਨਕ, ਮੇਰੀ ਮਤ ਇੰਨੀ ਸੋਹਣੀ ਹੋ ਗਈ ਆ ਉਹਨਾਂ ਦੀ ਹੋ ਗਈ ਜਿਨ੍ਹਾਂ ਨੇ ਗੁਰੂ ਦੀ ਇੱਕ ਸਿੱਖਿਆ ਨੂੰ ਧਾਰਨ ਕਰ ਲਿਆ। ਸਿੱਖ ਸੁਣੀ ਦਾ ਅਖਰੀ ਅਰਥ ਨੇ ਸਿੱਖਿਆ, ਗੁਰੂ ਦੀ ਨੌਲੇਜ ਨੂੰ। ਚਲੋ ਗੁਰੂ ਨਾਨਕ ਪਿਤਾ ਮੱਕੇ ਮਦੀਨੇ ਗਏ ਨੇ, ਆਪ ਸਾਰੇ ਜਾਣਦੇ, ਮੈਂ ਡੀਪ ਨਹੀਂ ਕਰਾਂਗਾ, ਸ਼ਾਰਟਕਟ 2-4 ਮਿੰਟ। नहीं दसो ਗੁਰੂ ਨਾਨਕ ਪਿਤਾ ਸੁੱਤੇ ਨੇ, ਵੱਲ ਕਾਬੇ ਪੈਰ ਪਸਾਰ ਕੇ ਤੇ ਜੀਵਨ ਆਇਆ ਤੇ ਖਿੱਚ ਕੇ ਲੱਤ ਮਾਰੀ ਹੈ ਗੁਰੂ ਨਾਨਕ ਪਿਤਾ ਨੂੰ, ਕਿਹੜਾ ਸੁੱਤਾ ਕੁਫਰ ਕੁਫਾਰੀ, ਤੇ ਰੱਬ ਦੇ ਘਰ ਵੱਲ ਪੈਰ ਕਰਕੇ ਸੁੱਤਾ। ਤੇ ਗੁਰੂ ਨਾਨਕ ਪਿਤਾ ਨੇ ਕੀ ਆਖਿਆ ਸੀ? ਆਖਣ ਲੱਗੇ ਜਿੱਧਰ ਰੱਬ ਖੁਦਾ ਨਹੀਂ ਵਸਦਾ ਮੇਰੇ ਪੈਰ उतर कर ਹੁਣ ਜਿੱਧਰ ਪਾਸੇ ਸਭ ਗੁਰੂ ਨਾਨਕ ਪਿਤਾ ਦੇ ਚਰਨਾਂ ਨੂੰ ਫੜ ਕੇ, ਬੜਾ ਭਾਗਾ ਵਾਲਾ ਹੋਵੇਗਾ ਜਦ ਗੁਰੂ ਨਾਨਕ ਪਿਤਾ ਦੇ ਚਰਨਾਂ ਨੂੰ ਫੜ ਲਿਆ ਹੋਵੇ। ਆਮ ਮਨੁੱਖ ਤੇ ਹੋ ਨਹੀਂ ਨਾ ਸਕਦਾ। ਗੁਰੂ ਨਾਨਕ ਪਿਤਾ ਦੇ ਚਰਨਾਂ ਨੂੰ ਫੜਿਆ, ਜਿੱਧਰ ਜਿੱਧਰ ਪੈਰ ਘੁੰਮਦੇ ਨੇ ਉਧਰ ਉਧਰ ਨੂੰ ਲੱਗਦਾ ਮੱਕਾ ਇੱਧਰ ਹੀ ਹੈ, ਖੁਦਾ ਦਾ ਘਰ ਇੱਧਰ ਹੈ। ਫਿਰ ਉਹਨਾਂ ਕਾਜ਼ੀਆਂ ਦੇ ਸਵਾਲ ਸੀ, ਦੱਸੋ ਵੀ ਚੰਗਾ ਕੌਣ ਹੈ? ਬਾਬਾ ਪੁੱਛਣ ਫੋਲ ਕਿਤਾਬ ਨੂੰ ਬੜੀ ਵੱਡੀ ਵਿਆਖਿਆ ਹੋ ਜਾਏਗੀ। ਮੁਕਦੀ ਗੱਲ, ਬਾਬਾ ਆਖੇ ਹਾਜੀਆਂ ਸ਼ੁਭਮਲਾ ਬਾਜੋ ਦੋਨੋਂ ਰੋਈ। ਹਿੰਦੂ ਵੱਡਾ ਕਿ ਮੁਸਲਮਾਨ ਵੱਡਾ, ਗੁਰੂ ਨਾਨਕ ਪਿਤਾ ਆਖਣ ਲੱਗੇ ਚੰਗੇ ਕਰਮ ਨਹੀਂ ਕੀਤੇ ਤੇ ਸਾਰੀ ਰੋਈ। ਗੁਰੂ ਦੀ ਸਿੱਖਿਆ ਜਿਨ੍ਹਾਂ ਨੇ ਧਾਰਨ ਕਰ ਲਈ। ਗੁਰੂ ਨਾਨਕ ਪਿਤਾ ਗਏ ਨੇ ਸੱਜਣ ਠੱਗ ਦੇ ਕੋਲ, ਅਸੀਂ ਨਾਮ ਪਪੂਲਰ ਕਰ ਦਿੱਤਾ ਸੱਜਣ ਠੱਗ, ਪਰ ਬੜਾ ਮਹਾਨ ਪੁਰਖ ਸੀ, ਸੁਧਾਰਨ ਨਹੀਂ ਸੀਗਾ। ਜਦੋਂ ਗੁਰੂ ਨਾਨਕ ਪਿਤਾ ਗਏ, ਉਹਨੇ ਬਣਾਏ ਸੀ ਕਦੋਂ ਖੂਬ ਬਣਾਇਆ ਸੀ, ਰੋਟੀ ਪਾਣੀ ਖਵਾ ਕੇ ਨਸ਼ਾ ਖਵਾ ਕੇ ਮਾਰ ਦੇਣਾ, ਪਦਾਰਥ ਲੁੱਟ ਲੈਣੇ। ਹੁਣ ਸਾਰੀ ਰਾਤ ਗੁਰੂ ਨਾਨਕ ਪਿਤਾ ਕੀਰਤਨ ਕਰ ਰਹੇ ਨੇ, ਭਾਈ ਮਰਦਾਨਾ ਰਬਾਬ ਵਗੈਰਾ, ਵਾਈਬ੍ਰੇਸ਼ਨ ਜਿਹੜੀ ਹੈ ਉਹ ਖਿੱਚਦੀ ਹੈ। ਬੈਠਾ ਰਿਹਾ ਸਾਰੀ ਰਾਤ ਸੱਜਣ ਠੱਗ, ਅੰਮ੍ਰਿਤ ਵੇਲੇ ਹੋਇਆ। ਗੁਰੂ ਨਾਨਕ ਪਿਤਾ ਨੇ ਫਿਰ ਬਾਣੀ ਉਚਾਰਨ ਕੀਤੀ ਤੇ ਸੱਜਣ ਠੱਗ ਨੂੰ ਉੱਥੇ ਇੱਕ ਸ਼ਬਦ ਮੇਰੇ ਪਿਤਾ ਨੇ ਆਖਿਆ, ਆਖਣ ਲੱਗੇ ਜੇ ਨਾ ਸੱਜਣ ਰੱਖੇ ਤੇ ਸੱਜਣਾ ਵਾਲੇ ਕੰਮ ਕਰ। ਇੱਕ ਸ਼ਬਦ ਉੱਥੇ ਉਚਾਰਨ ਕੀਤਾ। ਮੇਰੀ ਸਵੇਰੇ ਉਹ ਗੱਲ ਹੋ ਰਹੀ ਸੀਗੀ, ਸੋਏ ਮਹੱਲਾ ਪਹਿਲਾ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸੇ ਧੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ। ਕਹਿ ਦਾ ਭਾਂਡਾ ਆਪ ਸਾਰੇ ਤੇ ਦੇਖਿਆ ਹੀ ਹੋਣਾ, ਮੈਂ ਵੀ ਦੇਖਿਆ। ਕਹਿ ਦਾ ਭਾਂਡਾ ਲਾਈਕ ਪਿੱਤਲ ਵਰਗਾ, ਤੇ ਜਦੋਂ ਜਿੰਨਾ ਮਰਜੀ ਤੋਂ ਇਹ ਕਾਲਖ ਉਹਦੀ ਮਿਟਦੀ ਨਹੀਂ ਸੀਗੀ। ਮੈਂ ਉਹਦੇ ਚ ਰੋਟੀ ਖਾਧੀ ਹੋਈ ਸਾਹਿਬ ਆਖਣ ਲੱਗੇ, ਕਹਿ ਦਾ ਭਾਂਡਾ ਜਿੰਨਾ ਮਰਜੀ ਧੋਈਏ ਸਾਫ਼ ਨਹੀਂ ਹੋ ਸਕਦਾ, ਕਾਲਖ ਨਹੀਂ ਮਿਟਦੀ। ਐ ਸੱਜਣ ਪੁਰਸ਼, ਤੂੰ ਤੇ ਰੱਬ ਦੀ ਭਗਤੀ ਕਰਨ ਵਾਲਾ ਹੈ, ਪਰ ਅੰਦਰ ਤੇ ਕਾਲਖ ਹੈ ਤੇਰੀ, ਅੰਦਰ ਤੇ ਸਾਫ਼ ਹੋਣਾ ਚਾਹੀਦਾ। ਉੱਥੇ ਸ਼ਬਦ ਆਖਿਆ, ਸੱਜਣ ਸਹੀ ਨਾਲ ਮੈਂ ਚਲਦਿਆ ਨਾਲ ਚੱਲਣ, ਜਿੱਥੇ ਸੱਜਣ ਦਾ ਨਾਮ ਹੈ, ਜਿੱਥੇ ਲੇਖਾ ਮੰਗੇ ਤਿੱਥੇ ਖੜੇ ਦਿਸਣ। ਇੱਕ ਸਾਖੀ ਸੁਣੀ ਗੁਰੂ ਨਾਨਕ ਪਿਤਾ ਦੀ, ਤੇ ਸੱਜਣ ਠੱਗ ਤੋਂ ਸੱਜਣ ਭਗਤ ਹੋ ਗਿਆ। ਠੀਕ ਹੈ, ਬਦਲ ਗਿਆ ਆਪਣੇ ਆਪ ਨੂੰ। ਜ਼ਿਆਦਾ ਲਮਕਾਵਾਂ ਦਾ ਇੱਕ ਪਿਓ ਪੁੱਤਰ ਚੋਰੀ ਕਰਦੇ ਸੀਗੇ ਬਹੁਤ, ਤੇ ਪੁੱਤਰ ਨੂੰ ਪਿਓ ਕਹਿੰਦਾ, ਪੁੱਤਰ ਉਹ ਜਿਹੜਾ ਸਾਧੂ ਹੈ ਨਾ ਸਾਡੇ ਪਿੰਡ, ਕਦੇ ਉਹਦੇ ਜਾ ਕੇ ਕੋਈ ਕਥਾ ਨਾ ਸੁਣ ਲੈ, ਉਹਦੀ ਕੋਈ ਗੱਲ ਨਾ ਸੁਣ ਲੈ। ਆਖਣ ਲੱਗਾ ਠੀਕ ਹੈ, ਪਰ ਜੋ ਮੇਰੇ ਸਾਹਮਣੇ ਆ ਜਾਏ, ਕਹਿੰਦੇ ਕੰਨੇ ਚੁੰਗਲ ਪਾ ਲੈ, ਕੋਈ ਸੁਣੀ ਨਾ। ਅਚਨਚੇਤ ਉਹ ਬੱਚਾ ਗਲੀ ਚ ਮੁੜਦਾ ਪਿਆ ਤੇ ਸਾਹਮਣੇ ਉਹ ਫਕੀਰ ਸੰਤ ਖੜਾ ਹੋਇਆ। ਸੰਤ ਦੀ ਇੱਕ ਗੱਲ ਉਹਨੇ ਸੁਣ ਲਈ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਇਹਨੇ ਗੱਲ ਸੁਣ ਲਈ ਉਹਨੇ ਤੇ ਕੰਨੇ ਚੁੰਗਲ ਪਾ ਲਈ, ਚਲਾ ਗਿਆ। ਚੋਰੀ ਕੀਤੀ ਤੇ ਫੜਿਆ ਗਿਆ, ਥਾਣੇ ਚ ਲੈ ਗਏ ਉਹਨੂੰ, ਬੜਾ ਮਾਰਿਆ ਕੁੱਟਿਆ, ਬੜੀ ਸਜ਼ਾਵਾਂ ਦਿੱਤੀਆਂ ਤਾਂ ਮੂੰਹ ਖੋਲੇ ਨਾ। ਅਖੀਰ ਥਾਣੇਦਾਰ ਨੇ ਸੋਚਿਆ ਚਲੋ ਇਹਨੂੰ ਕੋਈ ਹੋਰ ਟ੍ਰਿਕ ਵਰਤਿਆ ਜਾਏ, ਜਿਵੇਂ ਕਰਦੇ ਨੇ।
ਇੱਕ ਬਜ਼ੁਰਗ ਮਾਤਾ ਨੂੰ ਲੈ ਕੇ ਆ ਗਏ ਅੱਧੀ ਰਾਤ ਮਿਡਨਾਈਟ, ਤੇ ਉਹਨੂੰ ਅੰਦਰ ਵਾੜਤਾ ਜੇਲ੍ਹ ਦੇ ਵਿੱਚ, ਉਸ ਰੂਮ ਦੇ ਜਿੱਥੇ ਬੱਚਾ ਬੰਦ ਸੀਗਾ। ਤੇ ਉਹ ਜਾ ਕੇ ਬੱਚੇ ਨੂੰ ਪਿਆਰ ਕਰਨ ਲੱਗ ਪਈ, ਮੈਂ ਮਾਂ ਵਾਂ ਤੇਰੀ, ਮੈਂ ਦੇਵੀ ਮਾਂ ਵਾਂ, ਤੂੰ ਪਿਛਲੇ ਜਨਮਾਂ 'ਚ ਮੇਰੀ ਪੂਜਾ ਕਰਦਾ ਰਿਹਾ, ਸੇਵਾ ਕਰਦਾ ਰਿਹਾ, ਤੇ ਹੁਣ ਤੈਨੂੰ ਕੀ ਹੋ ਗਿਆ? ਤੂੰ ਮੇਰੀ ਗੋਦੀ ਸੁੱਤਾ ਰਿਹਾ, ਮੇਰਾ ਦੁੱਧ ਪੀਤਾ, ਇਹਨਾਂ ਕੁਛ ਦੇਵੀ ਮਾਂ ਦੀ ਪੂਜਾ ਕਰਦਾ ਰਿਹਾ ਤੂੰ, ਤੇ ਵੇਖ ਮੇਰੇ ਬੱਚੇ ਦਾ ਕੀ ਹਾਲ ਕੀਤਾ ਹੈ। ਉਹ ਬੱਚਾ ਪਿਘਲ ਗਿਆ, ਫਿਰਦਾ ਸੀ, ਤੇ ਜੋ ਮਾਂ ਨੂੰ ਸੱਚ ਦੱਸਣ ਲੱਗਾ ਨਾ, ਦੇਵੀ ਮਾਂ ਨੂੰ, ਪਰ ਬਲਬ ਜਗ ਰਿਹਾ ਸੀ, ਨਜ਼ਰ ਪੈ ਗਈ, ਵੇਖਿਆ ਤੇ ਪਰਛਾਵਾਂ ਪੈ ਰਿਹਾ। ਫਿਰ ਲੱਗਾ ਉਹ ਸਾਧੂ ਨੇ ਤੇ ਕਿਹਾ ਸੀਗਾ ਕਿ ਦੇਵੀ ਦੇਵਤਾ ਦਾ ਪਰਛਾਵਾਂ ਨਹੀਂ ਹੁੰਦਾ। ਉਹਨੂੰ ਪਤਾ ਲੱਗਿਆ ਇਹ ਐਕਟਿੰਗ ਕਰ ਰਹੀ ਹੈ ਮਾਤਾ। ਓ ਮਾਈ ਗॉड। ਹੁਣ ਉਸ ਬੱਚੇ ਨੇ ਆਪਣੇ ਵੱਲੋਂ ਡਬਲ ਐਕਟਿੰਗ ਕੀਤੀ, ਮਾਂ ਮੈਂ ਬੇਕਸੂਰ ਹੈ, ਵੇਖ ਇਹਨਾਂ ਨੇ ਕਿੰਨਾ ਮੈਨੂੰ ਮਾਰਿਆ, ਕੁਝ ਕਿੰਨੀ ਸਜ਼ਾਵਾਂ ਦਿੱਤੀਆਂ ਨੇ, ਮੈਂ ਬੇਕਸੂਰ, ਮੈਂ ਕੋਈ ਗੁਨਾਹ ਨਹੀਂ ਕੀਤਾ। ਬੱਚੇ ਦੀ ਐਕਟਿੰਗ ਵੇਖ ਕੇ ਮਾਂ ਜ਼ਿਆਦਾ ਪ੍ਰਭਾਵਿਤ ਹੋ ਗਈ, ਬੱਚੇ ਨੂੰ ਛੱਡ ਦਿੱਤਾ ਗਿਆ, ਉਹ ਬਾਹਰ ਆ ਗਿਆ। ਉਹ ਬੱਚਾ ਸਿੱਧਾ ਉਹ ਸਾਧੂ ਕੋਲ ਗਿਆ, ਆਖਣ ਲੱਗਾ ਸਤਿਪੁਰਸ਼ ਸਾਧੂ ਜੀ, ਤੁਹਾਡੀ ਇੱਕ ਗੱਲ ਮੈਂ ਸੁਣੀ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ, ਰੂਹ ਦਾ ਕੀ ਪਰਛਾਵਾਂ, ਸਰੀਰ ਦਾ ਪਰਛਾਵਾਂ ਹੈ, ਆਤਮਾ ਦਾ ਕੀ ਪਰਛਾਵਾਂ? ਇਸ ਦੇਹੀ ਕੋ ਤਰਸੇ ਦੇ, ਰੂਹ ਤਰਸਦੀ ਹੈ ਮੈਨੂੰ ਕੋਈ ਜਨਮ ਮਿਲ ਜਾਏ। ਭਗਤ ਕਬੀਰ ਜੀ ਨੇ ਬੜਾ ਸੋਹਣਾ ਆਖਿਆ, ਆਖਣ ਲੱਗੇ ਇਹ ਪ੍ਰਮਾਤਮਾ ਮੈਂ ਤੇਰਾ ਅੱਜ ਦਾ ਨਹੀਂ ਕਈ ਜਨਮਾਂ ਦਾ ਸੇਵਕ ਹਾਂ। ਵੇਖੋ ਜਿਵੇਂ ਅਸੀਂ ਰਾਤ ਸੁੱਤੇ ਹਾਂ ਨਾ, ਸਵੇਰੇ ਉੱਠੇ ਹਾਂ, ਜੋ ਸਾਡਾ ਕੰਮ ਹੈ, ਜੋ ਸਾਡਾ ਪਦਾਰਥ ਪਿਆ, ਪੈਸਾ ਪਿਆ, ਦੌਲਤ ਪਿਆ, ਸਾਨੂੰ ਸਭ ਕੁਝ ਪਤਾ ਹੈ ਮੇਰਾ ਹੈਗਾ, ਤੇ ਮੈਂ ਭਗਤੀ ਕੀਤੀ। ਸੌਣ ਤੋਂ ਬਾਅਦ ਉੱਠ ਗਈਆਂ, ਸਾਨੂੰ ਪਤਾ ਸਾਰਾ ਕੁਝ ਹੈ। ਮੌਤ ਵੀ ਇੱਕ ਨਿੰਦਰ, ਅਗਲਾ ਜਨਮ ਮਿਲਦਾ, ਜਿੱਥੋਂ ਯਾਤਰਾ ਰੁਕੀ ਸੀ ਉੱਥੇ ਸ਼ੁਰੂ ਹੋਈ। ਭਗਤ ਕਬੀਰ ਜੀ ਆਖਣ ਲੱਗੇ ਮੈਂ ਤੇਰਾ ਅੱਜ ਨਹੀਂ ਕਈ ਜਨਮਾਂ ਦਾ ਸੇਵਕ ਹਾਂ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤਾਂ ਮਿਟਿਆ ਨਾ ਜਾਈ, ਮੈਂ ਤੇ ਕਈ ਜਨਮਾਂ ਦਾ ਸੇਵਕ ਹਾਂ ਤੇਰਾ, ਤੇ ਹੁਣ ਮੈਂ ਜਨਮ ਨਹੀਂ ਚਾਹੀਦਾ। ਇਸ ਲਈ ਕਬੀਰ ਜੀ ਆਖਣ ਲੱਗੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰ ਆਏ ਕਿ ਪਏ, ਮੈਂ ਰੱਬ ਦਾ ਰੂਪ ਹੋ ਗਿਆ। ਕਬੀਰ ਜੀ ਆਖਣ ਲੱਗਾ ਉਹ ਬੱਚਾ ਸਾਧੂ ਜੀ ਮੈਨੂੰ ਇੱਕ ਗਿਆਨ ਦੇ ਦਿਓ, ਤੁਹਾਡੇ ਇੱਕ ਗਿਆਨ ਦੇ ਨਾਲ ਮੈਂ ਜੇਲ੍ਹ ਵਿੱਚੋਂ ਬਾਹਰ ਆ ਗਿਆ, ਥਾਣੇ ਚੋਂ ਬਾਹਰ ਆ ਗਿਆ, ਇੱਕੋ ਸਿੱਖਿਆ ਸੁਣੀ ਸੀ ਕਿ ਦੇਵੀ ਦੇਵਤਾਂ ਦਾ ਪਰਛਾਵਾਂ ਨਹੀਂ ਹੁੰਦਾ। ਹੁਣ ਮੈਨੂੰ ਇਹ ਗਿਆਨ ਦੇ ਦਿਓ ਕਿ ਮੇਰੀ ਚੋਰੀ ਦੀ ਆਦਤ ਹੀ ਛੁੱਟ ਜਾਏ। ਉਹ ਤੇ ਸਤਿਪੁਰਸ਼ ਨੇ ਕਿਹਾ ਮਤ ਜਰਤਨ ਜਵਾਹਰ ਮਾਨ, ਕਿ ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਸਿੱਖਿਆ ਸੁਣੀ। ਹੁਣ ਸਾਧੂ ਕਹਿੰਦਾ ਤਾਂ ਚੋਰੀ ਕਰਦੇ ਨੇ, ਚੋਰੀ ਕਰ, ਮੈਂ ਤੈਨੂੰ ਨਹੀਂ ਰੋਕਦਾ, ਰੱਜ ਕੇ ਚੋਰੀ ਕਰ, ਪਰ ਜਿਹੜੀ ਚੋਰੀ ਮੈਂ ਆਖਾਂਗਾ ਤੂੰ ਉਹ ਕਰੀ। ਪੁੱਛਿਆ ਮੈਂ ਕਿਹੜੀ ਚੋਰੀ ਕਰਾਂ? ਭਗਤ ਕਬੀਰ ਜੀ ਦਾ ਸ਼ਲੋਕ ਸੁਣਾ ਦਿੱਤਾ। ਆਖਣ ਲੱਗੇ ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਪ੍ਰਾਣ ਜਾਏंगे। ਜੋ ਤੂੰ ਕੁਝ ਲੁੱਟਣਾ ਹੀ ਨਾ ਤੇ ਪ੍ਰਮਾਤਮਾ ਦਾ ਨਾਮ ਉਹ ਲੁੱਟ ਲੈ, ਉਹ ਕੋਈ ਚੁਰਾ ਨਹੀਂ ਸਕਦਾ। ਉੱਠਦਾ ਤੂੰ ਰਾਤ ਪਹਿਲਾਂ ਵੀ ਸੀ, ਅੱਧੀ ਰਾਤ ਚੋਰੀ ਕਰਨ ਵਾਸਤੇ, ਹੁਣੇ ਵੀ ਉੱਠ ਅੰਮ੍ਰਿਤ ਵੇਲੇ, ਪਰ ਪ੍ਰਮਾਤਮਾ ਦਾ ਨਾਮ। ਜਿਨ੍ਹਾਂ ਨੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ, ਪਾਰ ਉਤਾਰਾ ਉਹਨਾਂ ਦਾ ਹੈ। ਅਸੀਂ ਸੁਣਦੇ ਜ਼ਰੂਰ ਆ, ਇਧਰੋਂ ਕੱਢ ਦਿੰਦੇ ਆ, ਇਸ ਕੰਨੋਂ ਸੁਣਿਆ ਤੇ ਇਧਰੋਂ ਕੱਢਿਆ। ਇਸ ਨੂੰ ਮੇਰੇ ਗੁਰੂ ਨਾਨਕ ਪਿਤਾ ਆਖਦੇ ਨੇ, ਜੇ ਇੱਕ ਗੁਰ
Thank you.
ਕਦੇ ਟਰੱਕ ਨੂੰ ਕੰਮ ਦੇ ਕੋਲ ਟਰੱਕ ਚਲਾਈ ਜਾ ਦੇਖੋ ਸਾਡੀ ਤਰਾਸਦੀ ਇਹ ਆ ਵੀ ਅਸੀਂ ਦੂਜੇ ਆਪਣੇ ਬੱਚਿਆਂ ਨੂੰ ਆਪਣੀ ਜਨਰੇਸ਼ਨ ਨੂੰ ਸਰਕਾਰਾਂ ਨੇ ਜ਼ਿੰਮੇਵਾਰੀ ਨਹੀਂ ਸਮਝੀ ਪੜਾਉਣ ਲਗਾਉਣ ਦੀ। ਠੀਕ ਹੈ, ਜਦੋਂ ਹੁਣ ਨੌਕਰੀਆਂ ਆ, ਹੁਣ ਤੁਸੀਂ ਮੰਨੋਗੇ ਨਹੀਂ ਪੂਰੇ ਪੰਜਾਬ ਦੇ ਵਿੱਚ ਮੈਂ ਜੇ ਗੱਲ ਕਰਾਂ ਨਾ, ਬੱਚੇ ਦਾ ਜਨਮ ਹੁੰਦਾ ਹੈ ਉਹਦਾ ਪਹਿਲਾ ਦਿਨ ਹੁੰਦਾ ਹੈ ਸਟੂਡੈਂਟ ਦਾ, ਜੀ ਕਿ ਉਹਦਾ ਜੋ ਟੀਚਰ ਹੈ ਮਦਰ ਪਹਿਲੇ ਟੀਚਰ ਹੈ ਉਹਦੀ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਫਿਰ ਸਟੂਡੈਂਟ ਹੀ ਰਹਿੰਦਾ ਹੈ ਜਦ ਤੱਕ ਉਹਦੀ ਡੈਥ ਹੋਵੇ। ਜੀ ਰੋਜ਼ ਉਹ ਸਿੱਖਦਾ ਹੈ, ਜਿਸ ਲਈ ਸਿੱਖਣਾ ਬੰਦ ਕਰ ਦਿਓ ਨਾ ਉਦੋਂ ਤੁਹਾਡਾ ਖਤਮ ਹੋ ਗਿਆ ਕੰਮ। ਬਿਲਕੁਲ ਜੀ। ਹਮੇਸ਼ਾ ਕੁਛ ਨਾ ਕੁਛ ਸਿੱਖਦਾ ਰਹਿੰਦਾ।